ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 132ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਜੋਗ ਜੁਗਤ ਸੁਨ ਆਇਓ ਗੁਰ ਤੇ, ਮੋਖਿਓ ਸਤਿਗੁਰ ਸ਼ਬਦ ਬੁਝਾਇਓ। ਜੋਗ ਜੁਗਤ ਸੁਨ ਆਇਓ ਗੁਰ ਤੇ, ਮੋਕੋ ਸਤਿਗੁਰ ਸ਼ਬਦ ਬੁਝਾਇਓ। ਨੌਖੰਡ ਪ੍ਰਿਥਵੀ ਇਸ ਤਨ ਮੇ ਰਵਿਆ, ਨਿਮਖ ਨਿਮਖ ਨਸਕਾਰਾ। ਦੀਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ ਰਹਾਓ। ਦੀਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ ਰਹਾਓ। ਪੰਜ ਚੇਲੇ ਮਿਲ ਪਏ ਇਕੱਤਰਾ, ਏਕਸ ਕੇ ਵਸ ਕੀਏ। 10 ਬਿਰਾਗਣ ਆਗਿਆਕਾਰੀ, ਤਬ ਨਿਰਮਲ ਜੋਗੀ ਥੀਏ। ਪਰਮ ਜਰਾਏ ਚਰਾਈ ਬਬੂਤਾ, ਪੰਥ ਏਕ ਕਰ ਪੇਖਿਆ। ਸਹਿਜ ਸੂਖ ਸੋ ਕੀਨੀ ਭੁਗਤਾ, ਜੋ ਠਾਕਰ ਮਸਤਕ ਲੇਖਿਆ। ਜੈ ਪਉ ਨਾਹੀ ਤਹਾਂ ਆਸਨ ਬਾਧਿਓ, ਸਿੰਘੀ ਅਨਹਦ ਬਾਣੀ। ਤਤ ਵਿਚਾਰ ਡੰਡਾ ਕਰ ਰਾਖਿਓ, ਜੁਗਤ ਨਾਮ ਮਨ ਭਾਣੀ। ਐਸਾ ਜੋਗੀ ਵਡਭਾਗੀ ਪੇਟੇ, ਮਾਇਆ ਕੇ ਬੰਧਨ ਕਾਟੇ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪਗ ਚਾਟੇ। ਐਸਾ ਜੋਗੀ ਵਡਭਾਗੀ ਪੇਟੇ, ਮਾਇਆ ਕੇ ਬੰਧਨ ਕਾਟੇ। ਸੇਵਾ ਪੂਜ ਕਰਿਓ ਤਿਸ ਮੂਰਤ ਕੀ, ਨਾਨਕ ਤਿਸ ਪਗ ਚਾਟੇ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਜੋਗ ਜੁਗਤ ਭਾਵ ਤਤ ਜੋਗ ਦੀ ਸਾਡੇ ਵਾਸਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੈ ਜੀ। ਸੋ ਸਾਡੇ ਵਾਸਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਜੁਗਤੀ ਸੁਣ ਕੇ ਮੈਂ ਆਇਆ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਨੂੰ ਮੋਕੋ ਸਤਿਗੁਰ ਸ਼ਬਦ ਬੁਝਾਇਓ। ਮੋਕੋ ਸਤਿਗੁਰ ਸ਼ਬਦ ਬੁਝਾਇਓ ਭਾਵ ਸਤਿਗੁਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਹ ਉਪਦੇਸ਼ ਮੈਂ ਸਮਝਾਇਆ ਹੈ ਜੀ, ਭਾਵ ਸਮਝਿਆ ਹੈ ਜੀ, ਭਾਵ ਦ੍ਰਿੜ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਨੌਖੰਡ ਪਰਮੇਸ਼ਰ, ਨੌ ਖੰਡਾਂ ਵਾਲੀ ਪ੍ਰਿਥਵੀ ਭਾਵ ਸ੍ਰਿਸ਼ਟੀ ਉੱਤੇ ਵਿਆਪਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਇਸ ਸਰੀਰ ਵਿੱਚ ਵੀ ਵਿਆਪਕ ਹੈ ਜੀ। ਗੁਰੂ ਜੀ ਕਹਿੰਦੇ ਹਨ, ਜਿਹੜੀ ਇਹ ਜਿਸਨੇ ਇਹ ਸ੍ਰਿਸ਼ਟੀ ਸਾਜੀ ਹੈ, ਜਿਸ ਪਰਮੇਸ਼ਰ ਨੇ, ਉਹ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਜੀ। ਅਤੇ ਇਹ ਸਾਡੇ ਅੰਦਰ ਸਰੀਰ ਵਿੱਚ ਵੀ ਵਿਆਪਕ ਹੈ ਜੀ, ਸਰੀਰ ਵਿੱਚ ਵੀ ਮੌਜੂਦ ਹੈ ਜੀ। ਰਵਿਆ ਭਾਵ ਵਿਆਪਕ ਹੈ ਜੀ, ਮੌਜੂਦ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਉਸਨੂੰ ਨਿਮਖ ਨਿਮਖ ਭਾਵ ਬਾਰ ਬਾਰ ਨਮਸਕਾਰ ਕਰਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਆਪਣੇ ਗੁਰੂ ਦੀ ਸਿੱਖਿਆ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਆਪਣੇ ਕੰਨਾਂ ਵਿੱਚ ਮੁੰਦਰਾ ਪ੍ਰਾਣ ਦੇ ਬਰਾਬਰ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਹਨ ਜੀ। ਅਤੇ ਆਪਣੀ ਸੁਰਤ ਵਿੱਚ ਸਿਰਫ ਇੱਕ ਨਿਰੰਕਾਰ ਨੂੰ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਦ੍ਰਿੜ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪੰਜ ਚੇਲੇ ਭਾਵ 5 ਗਿਆਨ ਇੰਦਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚੇਲੇ, ਇਹ ਸਾਰੇ ਭੈ ਇਕੱਤਰਾ ਭਾਵ ਸਾਰੇ ਮਿਲ ਕੇ ਇਕੱਠੇ ਹੋ ਗਏ। ਤਾਂ ਇਹ ਸਾਰੇ ਇੱਕ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਨਿਰਮਲ ਅੰਤ ਸ਼ਕਰਨ ਦੇ ਵਸ ਵਿੱਚ
ਆ ਗਏ, ਕਾਬੂ ਆ ਗਏ। ਭਾਵ ਇਹ ਪੰਜ ਇੰਦਰੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਕਾਬੂ ਵਿੱਚ ਆ ਗਏ ਜੀ, ਵਸ ਵਿੱਚ ਆ ਗਏ ਜੀ। ਅਤੇ ਜਦੋਂ ਫਿਰ ਗੁਰੂ ਜੀ ਕਹਿੰਦੇ ਹਨ ਪੰਜ ਵਿਰਾਗਣ ਇੰਦਰੀਆਂ, ਭਾਵ ਕਰਮ ਇੰਦਰੀਆਂ, ਗਿਆਨ ਇੰਦਰੀਆਂ ਤੇ ਪੰਜ ਕਰਮ ਇੰਦਰੀਆਂ ਵਿਰਾਗਣ ਬਣ ਕੇ ਆਗਿਆਕਾਰੀ ਹੋ ਗਈਆਂ। ਭਾਵ ਇਹ ਪੰਜ ਇੰਦਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਪੰਜ ਸਾਡੇ ਕਰਮ 10 ਵਿਰਾਗਣਾ ਹੋ ਗਈਆਂ, 10 ਇੰਦਰੀਆਂ ਹੋ ਗਈਆਂ ਸਾਰੀਆਂ ਰਲਾ ਕੇ ਜੀ। ਗੁਰੂ ਜੀ ਕਹਿੰਦੇ ਹਨ ਇਹ ਸਾਰੀਆਂ ਵਿਰਾਗਣ ਸਾਰੀਆਂ ਇੰਦਰੀਆਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਕਾਬੂ ਵਿੱਚ ਆ ਕੇ ਵਿਰਾਗਣਾ ਬਣ ਕੇ ਆਗਿਆਕਾਰੀ ਹੋ ਗਈਆਂ ਜੀ। ਫਿਰ ਗੁਰੂ ਜੀ ਕਹਿੰਦੇ ਉਦੋਂ ਅਸੀਂ ਨਿਰਮਲ ਰੂਪ ਜੋਗੀ ਭਾਵ ਗੁਰਮੁਖ ਬਣ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਸਾਰੇ ਭਰਮਾਂ ਨੂੰ ਭਰਮ ਜਰਾਏ ਚਰਾਈ ਬਬੂਤਾ, ਭਾਵ ਸਾਰੇ ਭਰਮਾਂ ਨੂੰ ਸਾੜ ਕੇ ਮੈਂ ਕਾਬੂ ਉਹਨਾਂ ਨੂੰ ਵਿਕਾਰਾਂ ਨੂੰ ਕਾਬੂ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਆਪਣੇ ਸਰੀਰ ਉੱਤੇ ਸਵਾ ਮਲੀ ਹੈ ਜੀ। ਭਾਵ ਮੈਂ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪੀ ਸਵਾ ਭਾਵ ਸ਼ਬਦ ਆਪਣੇ ਅੰਦਰ ਵਸਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋਗੀਆਂ ਦੇ 12 ਵਿੱਚ ਪੰਥਾਂ ਦੀ ਥਾਂ ਇੱਕੋ ਉਸ ਨਿਰੰਕਾਰ ਦੀ ਹੈ ਜੀ, ਅਤੇ ਉਹ ਪੰਥ ਕਰਕੇ ਵੇਖਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਉਸ ਪਰਮੇਸ਼ਰ ਠਾਕੁਰ ਨੇ ਮੇਰੇ ਮੱਥੇ ਉੱਤੇ ਲੇਖ ਲਿਖਿਆ ਸੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸੰਸਾਰ ਸਾਡਾ ਜੋਗੀਆਂ ਵਾਲਾ ਭੋਜਨ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਾਨੂੰ ਆਤਮਿਕ ਸੁੱਖ ਤੇ ਸਹਿਜ ਸੁੱਖ ਪ੍ਰਾਪਤ ਹੋ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜਿੱਥੇ ਕਿਸੇ ਪ੍ਰਕਾਰ ਦਾ ਡਰ ਨਾ ਰਵੇ, ਭਉ ਨਾ ਰਵੇ, ਜਿਸੇ ਡਰ ਨਹੀਂ ਜੀ, ਮੈਂ ਉੱਥੇ ਹੀ ਆਪਣਾ ਆਸਣ ਬੱਧਾ ਹੈ ਜੀ। ਭਾਵ ਪਰਮੇਸ਼ਰ ਰੂਪ ਸਿੰਘੀ ਦੀ ਥਾਂ, ਸਿੰਘੀਆਂ ਦੀ ਥਾਂ ਜੋਗੀ ਜੋ ਕਿ ਸਿੰਘਾਂ ਦੀ ਸਿੰਘੀ ਸਿਰ ਤੇ ਲਾਉਂਦੇ ਸਨ, ਗੁਰੂ ਜੀ ਉਸ ਚੀਜ਼ ਦਾ ਹਵਾਲਾ ਦਿੰਦੇ ਹਨ ਕਿ ਉਹ ਸਿੰਘੀ ਦੀ ਬਜਾਏ ਮੈਂ ਗੁਰੂ ਦਾ ਸ਼ਬਦ ਹੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਨਹਦ ਬਾਣੀ ਨੂੰ ਮੰਨਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤਤ ਵਿਚਾਰ ਨੂੰ ਛੱਡ ਕੇ ਆਪਣੇ ਕਾਬੂ ਵਿੱਚ ਰੱਖਿਆ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਜੁਗਤੀ ਮੇਰੇ ਮਨ ਵਿੱਚ ਵਸ ਗਈ ਹੈ ਜੀ, ਮੇਰੇ ਮਨ ਅਤੇ ਹਿਰਦੇ ਨੂੰ ਚੰਗੀ ਲੱਗੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਸਾਡੇ ਵੱਡੇ ਭਾਗਾਂ ਨਾਲ ਇਹੋ ਜਿਹਾ ਕੋਈ ਜੋਗੀ ਭਾਵ ਗੁਰਮੁਖ ਮਿਲ ਪਵੇ ਜੋ ਮੇਰੇ ਮਾਇਆ ਦੇ ਫਾਹੇ ਵਿਕਾਰਾਂ ਫਾਹੇ ਕਾਟੇ, ਭਾਵ ਵਿਕਾਰਾਂ ਨੂੰ ਕਾਬੂ 'ਚ ਕਰਵਾ ਦੇਵੇ, ਤਾਂ ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਰੂਪ ਮੂਰਤ ਭਾਵ ਗੁਰਮੁਖਾਂ ਦੀ ਮੈਂ ਤਨੋ ਮਨੋ ਹੋ ਕੇ ਸੇਵਾ ਤੇ ਪੂਜਾ ਕਰਾਂਗਾ ਜੀ, ਅਤੇ ਉਸ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਚਰਨਾਂ ਨੂੰ ਆਪਣੇ ਅੰਦਰ ਪਸਾਰਾਂਗਾ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਜੋਗੀਆਂ ਬਾਰੇ ਦੱਸਦੇ ਹਨ ਕਿ ਉਹ ਕਿਸ ਤਰ੍ਹਾਂ ਯੋਗ, ਰਾਜ ਯੋਗ ਅਤੇ ਗੋਰਖਨਾਥ ਦਾ ਪ੍ਰਚਲਿਤ ਕੀਤਾ ਯੋਗ
ਹਠ ਯੋਗ ਕਹਾਉਂਦਾ ਹੈ। ਪਤੰਜਲ ਦੇ ਯੋਗ ਸ਼ਾਸਤਰ ਅਨੁਸਾਰ ਚਿੱਤ ਬਿਰਤੀ ਨੂੰ ਰੋਕਣ ਦਾ ਨਾਮ ਯੋਗ ਹੈ। ਗੋਰਖ ਦੇ ਮਤ ਅਨੁਸਾਰ ਬਾਹਰਲਾ ਭੇਖ, ਮੁੰਦਰਾਂ, ਵਿਭੂਤੀ, ਝੋਲੀ, ਜਟਾਂ, ਡੰਡਾ, ਕਿੰਗਰੀ ਆਦਿ ਚਿੰਨ੍ਹਾਂ ਨੂੰ ਧਾਰਨ ਵਾਲਾ ਯੋਗੀ ਬਣ ਸਕਦਾ ਹੈ ਜੀ। ਸ਼ਹਿਰ ਤੋਂ ਝੋਲੀ ਅੱਡ ਕੇ ਭਿੱਖਿਆ ਮੰਗਣੀ, ਬਾਹਰ ਜੰਗਲਾਂ ਬੜੀਆਂ ਮਸਾਣਾਂ ਵਿੱਚ ਰਹਿਣਾ, ਧੂਣੀਆਂ ਤਪਾਉਣੀਆਂ, ਕਿੰਗਰੀ ਵਜਾਉਣੀ ਅਤੇ 6 ਚੱਕਰਾਂ ਨੂੰ ਵਿੰਨ੍ਹਣਾ, ਕੁੰਡਲਨੀ ਨੂੰ ਸੁਲਝਾਉਣਾ, ਨਾੜੀ ਦੁਆਰਾ 10ਵੇਂ ਦੁਆਰ ਵਿੱਚ ਪਹੁੰਚਣਾ, ਅੰਮ੍ਰਿਤ ਦਾ ਝਰਨਾ ਅਤੇ ਅਨਹਦ ਸ਼ਬਦ ਦੀ ਧੁਨੀ ਨੂੰ ਸੁਣਨਾ ਅਤੇ ਆਦਿਕ ਕਿਰਿਆ ਦਾ ਸਾਧਕ ਆਪਣੇ ਆਪ ਨੂੰ ਯੋਗੀ ਕਹਾਉਂਦੇ ਹਨ ਜੀ। ਪਰ ਸਾਡੀ ਗੁਰਮਤ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਜੀ। ਇਹ ਸਾਡੀ ਗੁਰਮਤ ਦੇ ਵਿਰੁੱਧ ਹੈ ਜੀ। ਸਾਡਾ ਗੁਰਮਤ ਯੋਗ ਸਹਿਜ ਯੋਗ ਦਾ ਪ੍ਰਤੀਕ ਹੈ ਜੀ। ਇਸ ਮੱਤ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਸਿੱਖਿਆ ਦੁਆਰਾ ਸ਼ਬਦ ਸੁਰਤ ਦੇ ਪਰਚੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਨੂੰ ਠੀਕ ਮੰਨਿਆ ਜਾਂਦਾ ਹੈ ਜੀ। ਇਹ ਹੀ ਸਾਡੇ ਗੁਰੂਆਂ ਦੀ ਸਾਨੂੰ ਸਿੱਖਿਆ ਹੈ ਜੀ। ਯੋਗ ਮਤ ਵਿੱਚ ਪ੍ਰਣਾਮ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ, ਪਰ ਗੁਰਬਾਣੀ ਗੁਰੂ ਘਰ ਵਿੱਚ ਜੁਗਤ ਨਾਮ ਮਨ ਭਾਨੀ ਹੀ ਗਾਡੀ ਰਾਹ ਹੈ ਜੀ। ਇਸ ਸ਼ਬਦ ਵਿੱਚ ਗੋਰਖ ਮਤ ਦੇ ਦੱਸੇ ਹੋਏ ਯੋਗ ਦੇ ਮੁਕਾਬਲੇ ਅਤੇ ਗੁਰਮਤ ਯੋਗ ਦਾ ਰਸ ਭਰਪੂਰ ਵਰਣਨ ਹੈ ਜੀ। ਗੁਰਮਤ ਦਾ ਯੋਗ ਗੁਰੂ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਿੱਖਿਆ ਦਾ ਅਨੁਆਈ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, 10 ਬਿਰਾਗਣ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ। 10 ਬਿਰਾਗਣ ਭਾਵ 5 ਸਾਡੇ ਕਾਮ, ਕ੍ਰੋਧ, ਲੋਭ, ਹੰਕਾਰ ਇੰਦਰੀਆਂ ਅਤੇ 5 ਸਾਡੇ ਕਰਮ। ਇਹ ਸਾਰੀਆਂ ਨੂੰ ਕਾਬੂ ਕਰਕੇ ਇਹ ਕਿਸ ਤਰ੍ਹਾਂ ਕਾਬੂ 'ਚ ਆਉਣੀਆਂ ਨੇ ਜੀ? ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ। ਜਦੋਂ ਇਹ ਕਾਬੂ ਵਿੱਚ ਆ ਗਈਆਂ ਤਾਂ ਇਹ ਤਨ ਮਨ ਤਬ ਨਿਰਮਲ ਜੋਗੀ ਥੀਏ, ਭਾਵ ਤਾਂ ਅਸੀਂ ਨਿਰਮਲ ਪਵਿੱਤਰ ਆਪਣੇ ਆਪ ਨੂੰ ਕਹਾ ਸਕਦੇ ਹਾਂ ਜੀ। ਹਠ ਯੋਗ ਨਾਲ ਸਿੱਧੀ ਤਾਂ ਪ੍ਰਾਪਤ ਹੋ ਸਕਦੀ ਹੈ ਜੀ, ਪਰ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਿਮਰਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੀ। ਗੁਰੂ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਰਾਹੀਂ ਇਹ ਸਾਨੂੰ ਸਮਝਾਇਆ ਹੈ ਜੀ ਕਿ ਕੇਵਲ ਸਾਡੇ ਵਾਸਤੇ ਗੁਰਸਿੱਖੀ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਹ ਯੋਗ ਧਾਰਨਾ ਹੈ ਜੀ, ਉਹ ਸਵਾਮਲਨੀ ਹੈ ਜੀ, ਉਸ ਨੂੰ ਅੰਦਰ ਵਸਾਉਣਾ ਹੈ ਜੀ। ਇਹ ਸਾਡੇ ਵਾਸਤੇ ਯੋਗ ਦੀ ਜੁਗਤੀ ਹੈ ਜੀ, ਵਿਚ ਇਜ਼ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਸਿੱਖਿਆ ਲੈਣੀ ਹੈ ਜੀ। ਅੱਜ ਦਾ ਵਿਚਾਰ ਕਰਦੇ ਹਾਂ, ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।